ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। 12ਵਾਂ ਅਵਤਾਰ ਜਲੰਧਰ। ਅਤ ਜਲੰਧਰ ਅਵਤਾਰ ਕਥਨਨ। ਸ਼੍ਰੀ ਭਗਵਤੀ ਜੀ ਸਹਾਇ। ਚੌਪਈ। ਵਹੁ ਜੋ ਜਰੀ ਰੁਦਰ ਕੀ ਦਾਰਾ, ਉਹ ਜਿਹੜੀ ਸ਼ਿਵਜੀ ਦੀ ਇਸਤਰੀ ਹਵਨ ਕੁੰਡ ਵਿੱਚ ਸੜ ਗਈ ਸੀ। ਤਿੰਨ ਹਿਮ ਗਿਰ ਗ੍ਰਹਿ ਲਿਏ ਅਵਤਾਰਾ, ਉਸਨੇ ਹਿਮਾਚਲ ਦੇ ਘਰ ਜਨਮ ਲਿਆ। ਛੋਟੀ ਬਾਲਤਾ ਜਬ ਸੁਧ ਆਈ, ਜਦੋਂ ਉਸਦਾ ਬਾਲਪਣ ਖਤਮ ਹੋਇਆ ਅਤੇ ਜਵਾਨੀ ਆਈ। ਬਹੁਰੋ ਮਿਲੀ ਨਾਤ ਕਹੁ ਜਾਈ, ਤਾਂ ਉਹ ਫਿਰ ਆਪਣੇ ਸਵਾਮੀ ਨੂੰ ਜਾ ਕੇ ਮਿਲ ਪਈ। ਜਿਹ ਬਿਧ ਮਿਲੀ ਰਾਮ ਸੋ ਸੀਤਾ, ਜਿਵੇਂ ਰਾਮ ਜੀ ਨਾਲ ਸੀਤਾ ਮਿਲ ਗਈ ਸੀ। ਜੈਸਕ ਚਤੁਰ ਵੇਦ ਤਨ ਗੀਤਾ, ਜਿਵੇਂ ਚੌਹਾਂ ਵੇਦਾਂ ਨਾਲ ਗੀਤਾ ਦੀ ਵਿਚਾਰਧਾਰਾ ਮਿਲਦੀ ਹੈ। ਜੈਸੇ ਮਿਲਤ ਸਿੰਧ ਤਨ ਗੰਗਾ, ਜਿਵੇਂ ਸਮੁੰਦਰ ਨਾਲ ਗੰਗਾ ਮਿਲਦੀ ਹੈ। ਤਿਉ ਮਿਲ ਗਈ ਰੁਦਰ ਕੈ ਸੰਗਾ, ਉਸੇ ਤਰ੍ਹਾਂ ਪਾਰਵਤੀ ਜੀ ਰੁਦਰ ਨਾਲ ਮਿਲ ਗਈ। ਜਬ ਤਹ ਵਿਆਹੀ ਰੁਦਰ ਕਰ ਆਣਾ, ਜਦੋਂ ਉਸਨੂੰ ਵਿਆਹ ਕੇ ਸ਼ਿਵ ਨੇ ਕਰ ਲਿਆਂਦਾ। ਜਦੋਂ ਉਹਨਾਂ ਦਾ ਵਿਆਹ ਹੋਇਆ ਤੇ ਸ਼ਿਵ ਜੀ ਦੇ ਉਹ ਘਰੇ ਆਈ। ਨਿਰਖ ਜਲੰਧਰ ਤਾਹ ਲੁਭਾਣਾ, ਤਾਂ ਜਲੰਧਰ ਉਸਨੂੰ ਵੇਖ ਕੇ ਮੋਹਿਤ ਹੋ ਗਿਆ। ਦੂਤ ਏਕ ਤਹ ਦੀਏ ਪਠਾਏ, ਉਸਨੇ ਇੱਕ ਦੂਤ ਭੇਜਿਆ। ਲਿਆਓ ਰੁਦਰ ਤੇ ਨਾਰ ਛਿਨਾਏ, ਕਿ ਰੁਦਰ ਤੋਂ ਇਸਤਰੀ ਖੋ ਕੇ ਲਿਆਓ। ਦੋਹਰਾ। ਜਲੰਧਰ ਬਾਜ। ਜਲੰਧਰ ਨੇ ਕਿਹਾ, ਕੈ ਸਿਵ ਨਾਰ ਸਿਗਾਰ ਕੇ ਮਮ ਗ੍ਰਹਿ ਦੇਹ ਪਠਾਏ। ਹੇ ਸ਼ਿਵ, ਜਾਂ ਤਾਂ ਆਪਣੀ ਇਸਤਰੀ ਨੂੰ ਸ਼ਿੰਗਾਰ ਕੇ ਮੇਰੇ ਘਰ ਭੇਜ ਦੇ, ਨਾ ਤਰਸੂਲ ਸੰਭਾਰ ਕੇ ਸੰਗ ਲਰਹੋ ਮੁਰ ਆਏ, ਨਹੀਂ ਤਾਂ ਤ੍ਰਿਸ਼ੂਲ ਪਕੜ ਕੇ ਮੇਰੇ ਨਾਲ ਆ ਕੇ ਯੁੱਧ ਕਰ। ਚੌਪਈ। ਕਥਾ ਪਈ ਇਹ ਦਿਸ ਇਹ ਪਾਤਾ, ਇੱਧਰ ਤਾਂ ਇਸ ਤਰ੍ਹਾਂ ਦੀ ਕਥਾ ਹੋਈ। ਅਬ ਕਹੋ ਬਿਸਨ ਤ੍ਰਿਆ ਕੀ ਬਾਤਾ, ਹੁਣ ਵਿਸ਼ਨੂੰ ਜੀ ਦੀ ਇਸਤਰੀ ਲਕਸ਼ਮੀ ਦੀ ਗੱਲ ਕਰਦੇ ਹਾਂ। ਬ੍ਰਿੰਦਾਰਿਕ ਦਿਨ ਏਕ ਪਕਾਏ, ਲਕਸ਼ਮੀ ਨੇ ਇੱਕ ਦਿਨ ਬੈਂਗਣ ਪਕਾਏ ਸਨ। ਦੈਤ ਸਭਾ ਤੇ ਬਿਸਨ ਬੁਲਾਏ, ਉਸ ਵੇਲੇ ਦੈਂਤਾਂ ਦੀ ਸਭਾ ਤੋਂ ਵਿਸ਼ਨੂੰ ਜੀ ਨੂੰ ਬੁਲਾਵਾ ਆ ਗਿਆ। ਆਏ ਗਇਓ ਤਹ ਨਾਰਦ ਰਿਖ ਬਰ, ਸ੍ਰੇਸ਼ਟ ਰਿਸ਼ੀ ਨਾਰਦ ਭੁੱਖ ਨਾਲ ਸਤਾਇਆ ਹੋਇਆ ਸੀ। ਬਿਸਨ ਨਾਰ ਕੇ ਤਾਮ ਚੂਦਾਤਰ, ਉੱਥੇ ਲਕਸ਼ਮੀ ਜੀ ਦੇ ਘਰ ਆ ਗਏ। ਬੈਂਗਣ ਨਿਰਖ ਅਧਿਕ ਲਲਚਾਇਓ, ਬੈਂਗਣ ਵੇਖ ਕੇ ਬਹੁਤ ਲਲਚਾਇਆ। ਉਹ ਮੰਗਦਾ ਰਿਹਾ। ਮਾਂਗ ਰਹਿਓ ਪਰ ਹਾਥ ਨਾ ਆਇਓ, ਪਰ ਬੈਂਗਣ ਪ੍ਰਾਪਤ ਨਾ ਹੋ ਸਕੇ। ਨਾ ਤਹੇਤ ਮੈਂ ਭੋਜ ਪਕਾਇਓ, ਲਕਸ਼ਮੀ ਜੀ ਨੇ ਕਿਹਾ, ਮੈਂ ਸਵਾਮੀ ਲਈ ਭੋਜਨ ਤਿਆਰ ਕੀਤਾ ਹੈ। ਮਨੁੱਛ ਪਠੇ ਕਰ ਬਿਸਨ ਬੁਲਾਇਓ, ਪਰ ਬੰਦਾ ਭੇਜ ਕੇ ਵਿਸ਼ਨੂੰ ਜੀ ਨੂੰ ਦੈਂਤ ਸਭਾ ਨੇ ਬੁਲਾ ਲਿਆ ਹੈ। ਨਾਰਦ ਕਾਏ ਝੂਠ ਹੋਏ ਜੈ ਹੈ, ਹੇ ਨਾਰਦ, ਜੇ ਤੂੰ ਖਾ ਲਏਗਾ ਤਾਂ ਭੋਜਨ ਝੂਠਾ ਹੋ ਜਾਵੇਗਾ। ਪੀਏ ਕੋਪਿਤ ਹਮਰੇ ਪਰ ਹੋਏ ਹੈ, ਅਤੇ ਪ੍ਰੀਤਮ ਮੇਰੇ ਉੱਤੇ ਗੁੱਸੇ ਹੋਵੇਗਾ। ਨਾਰਦ ਬਾਜ। ਮਾਂਗ ਥਕਿਓ ਮੁਨ ਭੋਜ ਨ ਦੀਆ, ਨਾਰਦ ਮੁਨੀ ਮੰਗ ਕੇ ਥੱਕ ਗਏ, ਪਰ ਲਕਸ਼ਮੀ ਜੀ ਨੇ ਭੋਜਨ ਨਾ ਦਿੱਤਾ। ਅਧਿਕ ਰੋਸ ਮੁਨ ਪਰ ਤਪ ਕੀਆ, ਤਦੋਂ ਮਹਾਮੁਨੀ ਨਾਰਦ ਨੇ ਮਨ ਵਿੱਚ ਬਹੁਤ ਗੁੱਸਾ ਕੀਤਾ ਅਤੇ ਇਹ ਸ਼ਰਾਪ ਦਿੱਤਾ। ਬ੍ਰਿੰਦਾ ਨਾਮ ਰਾਚਸੀ ਬਪਤਰ,
हे लक्ष्मी, तू ਬ੍ਰਿੰਦਾ ਨਾਂ ਦੀ ਰਾਖਸ਼ੀ ਦੇਹ ਧਾਰਨ ਕਰ। ਤ੍ਰਿਆ ਹੁਏ ਬਸੋ ਜਲੰਧਰ ਕੇ ਘਰ, ਅਤੇ ਜਲੰਧਰ ਦੀ ਇਸਤਰੀ ਹੋ ਕੇ ਉਸ ਦੇ ਘਰ ਵਿੱਚ ਵਸ। ਦੇ ਘਰ ਸਰਾਪ ਜਾਤ ਪਇਓ ਰਿਖ ਪਰ, ਮਹਾਰਿਸ਼ੀ ਨਾਰਦ ਸ਼ਰਾਪ ਦੇ ਕੇ ਚਲੇ ਗਏ। ਆਵਤ ਪਇਓ ਬਿਸਨ ਤਾਕੇ ਕਰ, ਉਧਰੋਂ ਵਿਸ਼ਨੂੰ ਜੀ ਉਸ ਕੋਲ ਆ ਗਏ। ਸੁਨਤ ਸਰਾਪ ਅਤ ਹੀ ਦੁੱਖ ਪਾਇਓ, ਰਿਸ਼ੀ ਦਾ ਸ਼ਰਾਪ ਸੁਣ ਕੇ ਜਿਸ ਨੇ ਬਹੁਤ ਦੁੱਖ ਪਾਇਆ ਹੋਇਆ ਸੀ, ਬੇਹਸ ਬਚਨ ਤ੍ਰਿਏ ਸੰਗ ਸੁਨਾਇਓ। ਉਸ ਪਾਸੋਂ ਸਾਰੇ ਬਚਨ ਸੁਣ ਕੇ ਵਿਸ਼ਨੂੰ ਜੀ ਨੇ ਹੱਸ ਕੇ ਇਸਤਰੀ ਨੂੰ ਧੀਰਜ ਦਿੱਤਾ। ਦੋਹਰਾ। ਤ੍ਰਿਏ ਕੀ ਛਾਇਆ ਲੈ ਤਬੇ ਬ੍ਰਿਦਾ ਰਚੀ ਬਨਾਏ। ਵਿਸ਼ਨੂੰ ਜੀ ਨੇ ਉਸ ਵੇਲੇ ਆਪਣੀ ਇਸਤਰੀ ਦੀ ਪਰਛਾਈ ਲੈ ਕੇ ਸੁੰਦਰ ਬ੍ਰਿੰਦਾ ਬਣਾ ਦਿੱਤੀ। ਤੁਮਰ ਕੇਸ ਦਾਨਵ ਸਦਨ ਜਨਮ ਤਰਤ ਪਏ ਜਾਏ, ਅਤੇ ਉਸ ਬ੍ਰਿੰਦਾ ਨੇ ਤੁਮਰ ਕੇਸ ਦਾਨਵ ਦੇ ਘਰ ਜਾ ਕੇ ਜਨਮ ਧਾਰਨ ਕੀਤਾ। ਚੌਪਈ। ਜੈਸਕ ਰਹਿਤ ਕਮਲ ਜਲ ਪੀਤਰ, ਜਿਵੇਂ ਪਾਣੀ ਵਿੱਚ ਕਮਲ ਨਿਰਲੇਪ ਰਹਿੰਦਾ ਹੈ। ਪੁਨ ਨ੍ਰਿਪ ਬਸੀ ਜਲੰਧਰ ਕੇ ਘਰ, ਉਵੇਂ ਉਹ ਪਹਿਲੇ ਤੁਮਰਕੇਸ ਦੈਂਤ ਦੇ ਘਰ ਪੈਦਾ ਹੋਈ ਅਤੇ ਫਿਰ ਜਲੰਧਰ ਦੇ ਘਰ ਜਾ ਕੇ ਵਸੀ। ਤਹਿ ਨਿਮਿਤ ਜਲੰਧਰ ਅਵਤਾਰਾ, ਉਸ ਦੇ ਉਦਾਰ ਵਾਸਤੇ ਵਿਸ਼ਨੂੰ ਜਲੰਧਰ ਦਾ ਤਰ ਹੈ ਰੂਪ ਅਨੂਪ ਮੁਰਾਰਾ, ਅਨੂਪ ਰੂਪ ਧਾਰਨ ਕਰਨਗੇ। ਉਸ ਦੇ ਉਦਾਰ ਵਾਸਤੇ ਵਿਸ਼ਨੂੰ ਜੀ ਨੇ ਜਲੰਧਰ ਦਾ ਅਨੂਪ ਰੂਪ ਧਾਰਨ ਕਰਨਗੇ। ਕਥਾ ਐਸ ਇਹ ਦਿਸ ਮੋਹ ਪਈ, ਇਸ ਤਰ੍ਹਾਂ ਦੀ ਕਥਾ ਇੱਧਰ ਹੋਈ। ਅਬ ਚਲ ਬਾਤ ਰੁਦਰ ਪਰ ਗਈ, ਹੁਣ ਗੱਲ ਰੁਦਰ ਵੱਲ ਨੂੰ ਚੱਲੀ। ਮਾਂ ਗਈ ਨਾਰ ਨਾ ਦੀਨ ਰੁਦਰਾ, ਜਲੰਧਰ ਨੇ ਇਸਤਰੀ ਮੰਗੀ ਪਰ ਸ਼ਿਵ ਨੇ ਨਾ ਦਿੱਤੀ। ਤਾਤੇ ਕੋਪ ਅਸੁਰ ਪਤ ਛਤਰਾ, ਇਸ ਲਈ ਜਲੰਧਰ ਝਟਪਟ ਗੁੱਸੇ ਵਿੱਚ ਆ ਗਿਆ। ਬਜੇ ਢੋਲ ਨਫੀਰ ਨਗਾਰੇ, ਢੋਲ ਤੂਤੀਆਂ ਅਤੇ ਨਗਾਰੇ ਵੱਜੇ। ਦੋਹਾਂ ਦਿਸਾ ਡਮਰੂ ਡਮਕਾਰੇ, ਦੋਹਾਂ ਪਾਸਿਆਂ ਤੋਂ ਡੋਰੂ ਡਮ ਡਮ ਕਰਨ ਲੱਗੇ। ਮਾਚਿਤ ਪਇਓ ਲੋਹ ਬਿਕਰਾਰਾ, ਵੱਡਾ ਭਿਆਨਕ ਯੁੱਧ ਮਚਿਆ। ਚਮਕਤ ਖਗ ਅਦਗ ਅਪਾਰਾ, ਜਿਸ ਵਿੱਚ ਵੱਡੀ ਚਮਕ ਵਾਲੇ ਅਪਾਰਾ ਖੜਗ ਚਮਕਣ ਲੱਗੇ। ਗਿਰ ਗਿਰ ਪਰਤ ਸੁਭਟ ਰਣ ਮਾਹੀ, ਸੂਰਮੇ ਰਣ ਵਿੱਚ ਡਿੱਗ ਡਿੱਗ ਪੈਂਦੇ ਸਨ। ਤੁਕ ਤੁਕ ਉਠਤ ਮਸਾਣ ਤਹਾਈ, ਉੱਥੇ ਹੀ ਤੁਕ ਤੁਕ ਕੇ ਮਸਾਣ ਉੱਠਦੇ ਸਨ। ਗਜੀ ਰਥੀ ਬਾਜੀ ਪੈਦਲ ਰਣ, ਹਾਥੀਆਂ ਦੇ ਸਵਾਰ, ਰਥਾਂ ਦੇ ਸਵਾਰ, ਘੋੜਿਆਂ ਦੇ ਸਵਾਰ ਅਤੇ ਪੈਦਲ ਸੂਰਮੇ ਜੰਗ ਕਰ ਰਹੇ ਹਨ। ਜੂਝ ਗਿਰੇ ਰਣ ਕੀ ਛਿਤ ਅਨਗਣ, ਅਤੇ ਅਣਗਿਣਤ ਸੂਰਮੇ ਯੁੱਧ ਭੂਮੀ ਵਿੱਚ ਜੂਝ ਕੇ ਡਿੱਗ ਰਹੇ ਸਨ। ਤੋਟਕ ਛੰਦ। ਬਿਰਚੇ ਰਣਬੀਰ ਸੁਧੀਰ ਕ੍ਰੋਧਨ, ਧੀਰਜ ਵਾਲੇ ਸੂਰਮੇ ਰਣ ਵਿੱਚ ਕ੍ਰੋਧਵਾਨ ਹੋ ਕੇ ਫਿਰਦੇ ਸਨ। ਮਚਿਓ ਤਹਿ ਤਾਰੁਣ ਭੂਮ ਜੁਦਨ, ਉਸ ਧਰਤੀ ਤੇ ਭਿਆਨਕ ਯੁੱਧ ਮਚ ਰਿਹਾ ਸੀ। ਹਹਰੰਤ ਹਯਨ ਗਰਜੰਤ ਗਜਨ, ਘੋੜੇ ਹਿਣਕਦੇ ਸਨ, ਹਾਥੀ ਚਿੰਗਾੜਦੇ ਸਨ। ਸੁਣ ਕੇ ਧੁਨ ਸਾਵਣ ਮੇਘ ਲਜਨ, ਜਿਨ੍ਹਾਂ ਦੀ ਆਵਾਜ਼ ਸੁਣ ਕੇ ਸਾਵਣ ਦੇ ਬੱਦਲ ਲੱਜਾ ਰਹੇ ਸਨ। ਬਰਖੇ ਰਣ ਬਾਣ ਕਮਾਣ ਖਗਨ, ਰਣ ਵਿੱਚ ਤਲਵਾਰਾਂ ਅਤੇ ਕਮਾਨਾਂ ਤੋਂ ਤੀਰ ਵਰਦੇ ਸਨ। ਤਹਿ ਘੋਰ ਭਿਆਨਕ ਜੁੱਧ ਜਗਨ, ਜਗਤ ਵਿੱਚ ਘੋਰ ਅਤੇ ਭਿਆਨਕ ਯੁੱਧ ਹੋਇਆ ਸੀ। ਗਿਰਜਾਤ ਪਟਨ ਹਹਰੰਤ ਹਠੀ, ਸੂਰਮੇ ਡਿੱਗਦੇ ਜਾਂਦੇ ਸਨ, ਹਠੀ ਸੈਨਿਕ ਘਬਰਾ ਰਹੇ ਸਨ। ਉਮਗੀ ਰਿਪ ਸੈਨ ਕੀਏ ਇਕੱਠੀ, ਵੈਰੀ ਆਪਣੀ ਖਿੰਡੀ ਪੁੰਡੀ ਸੈਨਾ ਨੂੰ ਇਕੱਠਾ ਕਰ ਰਿਹਾ ਸੀ।
ਚਹੂੰ ਔਰ ਘਿਰਿਓ ਸਰਸੋਧ ਸਿਵਨ। ਚੌਹਾਂ ਪਾਸਿਆਂ ਤੋਂ ਸ਼ਿਵ ਨੇ ਚੰਗੀ ਤਰ੍ਹਾਂ ਤੀਰਾਂ ਨਾਲ ਵੈਰੀ ਨੂੰ ਘੇਰ ਲਿਆ। ਕਰ ਕੋਪ ਕਨੋ ਅਸੁਰਾਰ ਇਵਨ। ਦੈਂਤ ਰਾਜੇ ਜਲੰਧਰ ਨੇ ਵੀ ਬਹੁਤ ਕ੍ਰੋਧ ਕਰਕੇ ਇਸੇ ਤਰ੍ਹਾਂ ਕੀਤਾ। ਦੋਹੋਂ ਔਰਨ ਤੇ ਇਮ ਬਾਣ ਬਹੇ। ਦੋਹਾਂ ਪਾਸਿਆਂ ਤੋਂ ਇੰਜ ਤੀਰ ਚੱਲ ਰਹੇ ਸਨ। ਨਭ ਔਰ ਤਰਾ ਦੋ ਛਾਏ ਰਹੇ ਕਿ ਉਹਨਾਂ ਨੇ ਧਰਤੀ ਅਤੇ ਆਕਾਸ਼ ਦੋਹਾਂ ਨੂੰ ਢੱਕ ਲਿਆ ਸੀ। ਗਿਰ ਕੇ ਤਹਿ ਟੋਪਨ ਟੂਕ ਕਨੇ। ਉੱਥੇ ਟੋਪਾਂ ਦੇ ਬਹੁਤ ਸਾਰੇ ਟੁਕੜੇ ਡਿੱਗੇ ਪਏ ਸਨ। ਰਹਿ ਗਏ ਜਨ ਕਿੰਸਕ ਸ਼੍ਰੋਣ ਸਨੇ। ਜੋ ਲਹੂ ਨਾਲ ਭਿੱਜੇ ਇਵਾਂ ਮਾਲੂਮ ਹੁੰਦੇ ਸਨ ਮਾਨੋ ਕੇਸੂ ਝੜੇ ਪਏ ਹੋਣ। ਰਣਹੇਰ ਅਗਮ ਅਨੂਪ ਹਰਨ। ਇਸ ਤਰ੍ਹਾਂ ਦੀ ਅਦੁੱਤੀ ਅਤੇ ਅਗੰਮੇ ਯੁੱਧ ਨੂੰ ਵੇਖ ਕੇ ਜੀਐਮਓ ਇਹ ਬਾਤ ਵਿਚਾਰ ਕਰਨ। ਸ਼ਿਵ ਨੇ ਦਿਲ ਵਿੱਚ ਇਸ ਤਰ੍ਹਾਂ ਦਾ ਵਿਚਾਰ ਕੀਤਾ। ਜੀਐਮਓ ਸ਼ਿਵ ਦੇਖ ਰਹਾ ਚੱਕ ਕੇ। ਸ਼ਿਵਜੀ ਯੁੱਧ ਨੂੰ ਵੇਖ ਕੇ ਦਿਲ ਵਿੱਚ ਹੈਰਾਨ ਹੋ ਗਏ। ਦਲ ਦੈਤਨ ਮਦ ਪਰਾ ਹੱਕ ਕੇ ਅਤੇ ਲਲਕਾਰਾ ਮਾਰ ਕੇ ਦੈਂਤਾਂ ਦੇ ਦਲ ਵਿੱਚ ਜਾ ਪਏ। ਰਣਸੂਲ ਸੰਭਾਰ ਪ੍ਰਹਾਰ ਕਰਨ। ਤ੍ਰਿਸ਼ੂਲ ਨੂੰ ਸੰਭਾਲ ਕੇ ਉਹ ਰਣ ਵਿੱਚ ਵਾਰ ਕਰ ਰਹੇ ਸੀ। ਸੁਣ ਕੇ ਧੁਨ ਦੇਵ ਅਦੇਵ ਡਰਨ। ਸ਼ਿਵਜੀ ਦੇ ਲਲਕਾਰੇ ਦੀ ਆਵਾਜ਼ ਨੂੰ ਸੁਣ ਕੇ ਦੇਵਤੇ ਅਤੇ ਦੈਂਤ ਡਰ ਗਏ ਸਨ। ਜੀਐਮਓ ਸ਼ਿਵ ਧਿਆਨ ਤਰਾ ਜਬ ਹੀ। ਸ਼ਿਵਜੀ ਨੇ ਜਦੋਂ ਮਨ ਵਿੱਚ ਕਾਲ ਦਾ ਧਿਆਨ ਧਰਿਆ। ਕਲ ਕਾਲ ਪ੍ਰਸੰਨ ਪਏ ਤਬ ਹੀ। ਤਦੋਂ ਹੀ ਕਾਲ ਪੁਰਖ ਪ੍ਰਸੰਨ ਹੋ ਗਏ। ਕਹਿਓ ਬਿਸਨ ਜਲੰਧਰ ਰੂਪ ਤਰੋ। ਉਹਨਾਂ ਨੇ ਵਿਸ਼ਨੂੰ ਨੂੰ ਕਿਹਾ ਜਾ ਕੇ ਜਲੰਧਰ ਦਾ ਰੂਪ ਧਾਰਨ ਕਰੋ। ਪੁਨ ਜਾਏ ਰਿਪੇਸ ਕੋ ਨਾਸ ਕਰੋ ਅਤੇ ਫਿਰ ਜਾ ਕੇ ਵੱਡੇ ਵੈਰੀ ਦਾ ਨਾਸ਼ ਕਰੋ। ਭੁਜੰਗ ਪ੍ਰਿਆਛਨ। ਦਈ ਕਾਲ ਆਗਿਆ ਤਰਿਓ ਬਿਸਨ ਰੂਪਨ। ਕਾਲ ਨੇ ਆਗਿਆ ਕੀਤੀ ਤਾਂ ਵਿਸ਼ਨੂੰ ਜੀ ਨੇ ਜਲੰਧਰ ਦਾ ਰੂਪ ਧਾਰਨ ਕੀਤਾ। ਸਜੇ ਸਾਜ ਸਰਬਨ ਬਨਿਓ ਜਾਨ ਪੂਪਨ। ਜੰਗ ਦੇ ਸਾਰੇ ਸਾਜ ਬਣਾ ਕੇ ਵਿਸ਼ਨੂੰ ਜੀ ਰਾਜਾ ਜਲੰਧਰ ਵਰਗਾ ਲੱਗਣ ਲੱਗ ਗਏ। ਕਰਿਓ ਨਾਥ ਯੋ ਆਪ ਨਾਰਨ ਉਦਾਰਨ। ਵਿਸ਼ਨੂੰ ਜੀ ਸਵਾਮੀ ਨੇ ਇਸ ਤਰ੍ਹਾਂ ਨਾਲ ਆਪਣੀ ਇਸਤਰੀ ਦਾ ਉଦ୍ਧਾਰ ਕੀਤਾ। ਤ੍ਰਿਆ ਰਾਜ ਬ੍ਰਿੰਦਾ ਸਤੀ ਸਤ ਟਾਰਨ। ਇਸ ਕਰਕੇ ਉਹਨਾਂ ਨੇ ਸ਼੍ਰੋਮਣੀ ਇਸਤਰੀ ਰੂਪ ਸਤੀ ਬ੍ਰਿੰਦਾ ਇਸਤਰੀ ਦਾ ਸਤ ਭੰਗ ਕੀਤਾ ਸੀ। ਤਜਿਓ ਦੇਹ ਦੈਂਤਨ ਪਏ ਬਿਸਨ ਨਾਰਨ। ਬ੍ਰਿੰਦਾ ਨੇ ਦੈਂਤ ਦੇਹ ਉਸੇ ਵੇਲੇ ਹੀ ਛੱਡ ਦਿੱਤੀ ਅਤੇ ਲਕਸ਼ਮੀ ਰੂਪ ਹੋ ਗਈ। ਤਰਿਓ ਦੁਆਦਸਮੋ ਬਿਸਨ ਦਇਤਾਵਤਾਰਨ। ਇਸ ਤਰ੍ਹਾਂ ਵਿਸ਼ਨੂੰ ਜੀ ਨੇ 12ਵਾਂ ਜਲੰਧਰ ਦੈਂਤ ਦਾ ਅਵਤਾਰ ਧਾਰਨ ਕੀਤਾ ਸੀ। ਪੁਨਰ ਜੁੱਧ ਸਜਿਓ ਗਹੇ ਸ਼ਸਤਰ ਪਾਣਨ। ਮੁੜ ਕੇ ਜੰਗ ਹੋਣ ਲੱਗਾ ਅਤੇ ਵੀਰਾਂ ਨੇ ਹੱਥ ਵਿੱਚ ਸ਼ਸਤਰ ਫੜ ਲਏ। ਗਿਰੇ ਪੂਮ ਮੋਹ ਸੂਰ ਸੋਭੇ ਬਿਮਾਣਨ। ਜੋ ਸੂਰਮੇ ਧਰਤੀ ਤੇ ਡਿੱਗ ਪਏ ਸਨ ਉਹ ਬਿਮਾਨਾਂ ਵਿੱਚ ਬੈਠੇ ਸ਼ੋਭਾ ਪਾ ਰਹੇ ਸਨ। ਮਿਟਿਓ ਸਤ ਨਾਰਨ ਕਟਿਓ ਸੈਨ ਸਰਬਨ। ਇੱਧਰ ਇਸਤਰੀ ਦਾ ਸਤ ਨਸ਼ਟ ਹੋ ਗਿਆ ਉੱਧਰ ਸਾਰੀ ਸੈਨਾ ਕੱਟੀ ਗਈ। ਮਿਟਿਓ ਪੂਪ ਜਾਲੰਧਰਨ ਦੇਹ ਗਰਬਨ। ਅਤੇ ਜਲੰਧਰ ਰਾਜੇ ਦੀ ਦੇਹ ਦਾ ਸਾਰਾ ਅਹੰਕਾਰ ਮਿਟ ਗਿਆ। ਪੁਨਰ ਜੁੱਧ ਸਜਿਓ ਹਟੇ ਤੇਜ ਹੀ ਹੀਣਨ। ਫਿਰ ਤੇਜਹੀਣ ਜਲੰਧਰ ਨੇ ਹਠ ਪੂਰਵਕ ਯੁੱਧ ਸ਼ੁਰੂ ਕੀਤਾ। ਭਜੇ ਛਾੜ ਕੇ ਸੰਗ ਸਾਥੀ ਅਧੀਣਨ। ਉਸ ਦੇ ਅਧੀਨ ਰਹਿਣ ਵਾਲੇ ਸਾਥੀ ਵੀ ਉਸ ਦਾ ਸਾਥ ਛੱਡ ਕੇ ਭੱਜ ਗਏ। ਚੌਪਈ। ਦੋਹ ਜੁੱਧ ਕੀ ਨਾ ਰਣ ਮਾਹੀ। ਦੋਹਾਂ ਨੇ ਰਣਭੂਮੀ ਵਿੱਚ ਯੁੱਧ ਕੀਤਾ। ਤੀਸਰ ਅਵਰ ਤਹਾਂ ਕੋ ਨਾਹੀ। ਉੱਥੇ ਤੀਜਾ ਹੋਰ ਕੋਈ ਨਹੀਂ ਸੀ।
ਕੇਤਕ ਮਾਸ ਮਚਿਓ ਤਾਂ ਜੁਦਾ, ਕਈ ਮਹੀਨੇ ਉੱਥੇ ਯੁੱਧ ਹੁੰਦਾ ਰਿਹਾ। ਜਾਲੰਧਰ ਹੋਏ ਸਿਵ ਪੁਰ ਕ੍ਰੋਧਾ, ਅੰਤ ਵਿੱਚ ਜਦੋਂ ਜਲੰਧਰ ਨੇ ਸ਼ਿਵ ਉੱਤੇ ਕ੍ਰੋਧ ਕੀਤਾ, ਤਬ ਸਿਵ ਧਿਆਨ ਸਖਤ ਕੋ ਤਰਾ, ਉਦੋਂ ਸ਼ਿਵ ਜੀ ਨੇ ਦੁਰਗਾ ਸ਼ਕਤੀ ਦਾ ਧਿਆਨ ਕੀਤਾ। ਤਾਤੇ ਸਖਤ ਕਿਰਪਾ ਕਰ ਕਰਾ, ਤਾਤੇ ਸਖਤ ਕਿਰਪਾ ਕਰ ਕਰਾ, ਉਸ ਕਰਕੇ ਸ਼ਕਤੀ ਨੇ ਉਸ ਉੱਤੇ ਕਿਰਪਾ ਕੀਤੀ। ਤਾਤੇ ਪਇਓ ਰੁਦਰ ਬਲਵਾਨਾ, ਅਤੇ ਸ਼ਿਵ ਬਲਵਾਨ ਹੋ ਗਏ। ਮੰਡਿਓ ਯੁੱਧ ਬਹੁਰ ਬਿਦ ਨਾਨਾ, ਅਤੇ ਫਿਰ ਅਨੇਕ ਪ੍ਰਕਾਰ ਨਾਲ ਯੁੱਧ ਮਚਾ ਦਿੱਤਾ। ਉਤ ਹਰ ਲਇਓ ਨਾਰ ਰਿਪ ਸਤ ਹਰ, ਉਧਰ ਵਿਸ਼ਨੂੰ ਜੀ ਨੇ ਵੈਰੀ ਦੀ ਇਸਤਰੀ ਬ੍ਰਿੰਦਾ ਦਾ ਸਤ ਹਰ ਲਿਆ। ਇਤ ਸਿਵ ਪਇਓ ਤੇਜ ਦੇਵੀ ਕਰ, ਅਤੇ ਇੱਧਰ ਸ਼ਿਵ ਜੀ ਵੀ ਦੇਵੀ ਦੇ ਵਰ ਨਾਲ ਤੇਜ ਵਾਲੇ ਹੋ ਗਏ। ਛਿਨਮੋ ਕੀਓ ਅਸੁਰ ਕੋ ਨਾਸਾ, ਛਿਣ ਵਿੱਚ ਹੀ ਦੈਂਤ ਨੂੰ ਨਸ਼ਟ ਕਰ ਦਿੱਤਾ ਗਿਆ। ਨਿਰਖ ਰੀਚ ਪਟ ਰਹੇ ਤਮਾਸਾ, ਯੋਧੇ ਇਹ ਤਮਾਸਾ ਵੇਖ ਕੇ ਪ੍ਰਸੰਨ ਹੋ ਰਹੇ ਸਨ। ਜਲੰਧਰੀ ਤਾਂ ਦਿਨ ਤੇ ਨਾਮਾ, ਉਸ ਦਿਨ ਤੋਂ ਦੁਰਗਾ ਦਾ ਨਾਂ ਜਲੰਧਰੀ ਪੈ ਗਿਆ। ਜਪਹੁ ਚੰਡਿਕਾ ਕੋ ਸਭ ਜਾਮਾ, ਚੰਡਿਕਾ ਨੂੰ ਸਾਰੇ ਇਸ ਨਾਮ ਨਾਲੇ 8 ਪਹਿਰ ਜਪੋ। ਤਾਤੇ ਹੋਤ ਪਵਿੱਤਰ ਸਰੀਰਾ, ਇਸ ਕਰਕੇ ਸਰੀਰ ਇਸ ਤਰ੍ਹਾਂ ਪਵਿੱਤਰ ਹੋ ਜਾਏਗਾ। ਜਿਮਨਾਏ ਜਲ ਗੰਗ ਗਹੀਰਾ, ਜਿਸ ਤਰ੍ਹਾਂ ਗੰਗਾ ਜਲ ਦੇ ਪ੍ਰਵਾਹ ਵਿੱਚ ਨਾਤਿਆ ਹੋ ਜਾਈਦਾ ਹੈ। ਤਾਤੇ ਕਹੀ ਨਾ ਰੁਦਰ ਕਹਾਣੀ, ਸ਼ਿਵ ਜੀ ਦੀ ਸਾਰੀ ਕਥਾ ਇਸ ਕਰਕੇ ਨਹੀਂ ਕਹੀ, ਗ੍ਰੰਥ ਵੱਢਣ ਕੀ ਚਿੰਤ ਪਛਾਣੀ, ਕਿਉਂਕਿ ਗ੍ਰੰਥ ਵਧਣ ਦੀ ਚਿੰਤਾ ਲੱਗੀ ਹੋਈ ਸੀ। ਤਾਤੇ ਕਥਾ ਥੋਰ ਹੀ ਪਾਸੀ, ਇਸ ਕਰਕੇ ਥੋੜੀ ਕਥਾ ਕਹੀ ਹੈ। ਨਿਰਖ ਭੂਲ ਕਬ ਕਰੋ ਨਾ ਹਾਸੀ, ਹੇ ਕਵੀ ਜਨੋ, ਕਿਧਰੇ ਕਿਸੇ ਭੁੱਲ ਵੇਖ ਕੇ ਹਾਸੀ ਨਾ ਕਰਨਾ। ਇਤ ਸ਼੍ਰੀ ਬਚਿੱਤਰ ਨਾਟਕ ਗ੍ਰੰਥੇ ਜਲੰਧਰ ਅਵਤਾਰ 12ਵਾਂ ਸਮਾਪਤਮ ਸਤ ਸ਼ੁਭਮ ਸਤ। ਇੱਥੇ ਸ਼੍ਰੀ ਬਚਿੱਤਰ ਨਾਟਕ ਗ੍ਰੰਥ ਦੇ ਜਲੰਧਰ ਅਵਤਾਰ 12ਵਾਂ ਦੀ ਸਮਾਪਤੀ ਸਭ ਸ਼ੁਭ ਹੈ। ਹੁਣ ਇਸ ਕਥਾ ਦਾ ਭਾਵਾਰਥ ਜੋ ਲਿਖਿਆ ਗਿਆ ਹੈ ਪੰਡਿਤ ਨਾਰਾਇਣ ਸਿੰਘ ਜੀ ਦੇ ਅਨੁਸਾਰ ਸਰਵਣ ਕਰੋ। ਕੂਰਮ ਪੁਰਾਣ ਵਿੱਚ ਲਿਖਿਆ ਹੈ ਕਿ ਜ਼ਮਾਨੇ ਦੇ ਸ਼ੁਰੂ ਵਿੱਚ ਬ੍ਰਹਮਾ ਬਹੁਤ ਸਾਰੀ ਤਪੱਸਿਆ ਕਰਨ 'ਤੇ ਵੀ ਸ੍ਰਿਸ਼ਟੀ ਉਤਪੰਨ ਨਾ ਕਰ ਸਕਿਆ। ਤਦ ਉਸ ਨੂੰ ਬਹੁਤ ਕ੍ਰੋਧ ਹੋਇਆ ਅਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਵਗ ਤੁਰੇ। ਉਹਨਾਂ ਹੰਝੂਆਂ ਤੋਂ ਭੂਤਾਂ ਪ੍ਰੇਤਾਂ ਦੀ ਉਤਪੱਤੀ ਹੋਈ ਅਤੇ ਤਦੋਂ ਹੀ ਉਸ ਦੇ ਮੂੰਹ ਤੋਂ 11 ਰੁਦਰ ਪੈਦਾ ਹੋਏ। ਇਹ ਜੰਮਦੇ ਹੀ ਜ਼ੋਰ ਨਾਲ ਰੋਣ ਲੱਗੇ ਸਨ, ਇਸ ਲਈ ਇਹਨਾਂ ਦਾ ਨਾਮ ਰੁਦਰ ਪੈ ਗਿਆ ਸੀ। ਹਿੰਦੂਆਂ ਦੇ ਇੱਕ ਪ੍ਰਸਿੱਧ ਦੇਵਤਾ ਜੋ ਸ੍ਰਿਸ਼ਟੀ ਦਾ ਸੰਹਾਰ ਕਰਨ ਵਾਲੇ ਅਤੇ ਪੌਰਾਣਿਕ ਤ੍ਰਿਮੂਰਤੀ ਦੇ ਅਥਿਰਲੇ ਦੇਵਤਾ ਕਹੇ ਗਏ ਹਨ। ਵੈਦਿਕ ਸਮੇਂ ਵਿੱਚ ਇਹੀ ਰੁਦਰ ਦੇ ਰੂਪ ਵਿੱਚ ਪੂਜੇ ਜਾਂਦੇ ਸਨ ਅਤੇ ਪੌਰਾਣਿਕ ਜ਼ਮਾਨੇ ਵਿੱਚ ਇਹ ਸ਼ੰਕਰ, ਮਹਾਦੇਵ ਅਤੇ ਸ਼ਿਵ ਆਦਿਕ ਨਾਮਾਂ ਨਾਲ ਪ੍ਰਸਿੱਧ ਹੋਏ। ਪੁਰਾਣਾਂ ਅਨੁਸਾਰ ਇਹਨਾਂ ਦਾ ਸਰੂਪ ਇਸ ਤਰ੍ਹਾਂ ਦਾ ਕਥਨ ਕੀਤਾ ਜਾਂਦਾ ਹੈ। ਇਹਨਾਂ ਦੇ ਸਿਰ 'ਤੇ ਗੰਗਾ, ਮੱਥੇ 'ਤੇ ਚੰਦਰਮਾ ਅਤੇ ਇੱਕ ਹੋਰ ਤੀਜਾ ਨੇਤਰ, ਗਲ ਵਿੱਚ ਸੱਪ ਅਤੇ ਇਹਨਾਂ ਦੇ ਸਿਰ 'ਤੇ ਗੰਗਾ, ਮੱਥੇ 'ਤੇ ਚੰਦਰਮਾ ਅਤੇ ਇੱਕ ਹੋਰ ਤੀਜਾ ਨੇਤਰ, ਗਲ ਵਿੱਚ ਸੱਪ ਅਤੇ ਰੁੰਡਾਂ ਦੀ ਮਾਲਾ, ਸਾਰੇ ਸਰੀਰ 'ਤੇ ਭਸਮ, ਹਾਥੀ ਤੇ ਸ਼ੇਰ ਦੀ ਖੱਲ ਪਹਿਨੇ ਹੋਏ, ਖੱਬੇ ਅੰਗ ਵਿੱਚ ਆਪਣੀ ਇਸਤਰੀ ਪਾਰਬਤੀ ਨੂੰ ਧਾਰਨ ਕੀਤੇ ਹੋਏ,
ਇਹਨਾਂ ਦੇ ਪੁੱਤਰ ਗਣੇਸ਼ ਅਤੇ ਸਵਾਮੀ ਕਾਰਤਿਕ ਹਨ। ਭੂਤ ਤੇ ਪ੍ਰੇਤ ਇਹਨਾਂ ਦੀ ਫੌਜ, ਪ੍ਰਧਾਨ ਸ਼ਸਤਰ, ਤ੍ਰਿਸ਼ੂਲ ਅਤੇ ਬੈਲ ਦੀ ਸਵਾਰੀ, ਜਿਸ ਦਾ ਨਾਮ ਨੰਦੀ ਹੈ। ਇਹਨਾਂ ਦੇ ਧਨੁਖ ਦਾ ਨਾਮ ਪਿਨਾਕ ਹੈ, ਜਿਸ ਨੂੰ ਧਾਰਨ ਕਰਕੇ ਇਹਨਾਂ ਨੂੰ ਪਿਨਾਕੀ ਵੀ ਕਹਿੰਦੇ ਹਨ। ਇਹਨਾਂ ਦੇ ਕੋਲ ਇੱਕ ਪਾਸੂਪਤ ਨਾਮ ਦਾ ਪ੍ਰਸਿੱਧ ਅਸਤਰ ਸੀ, ਜੋ ਇਹਨਾਂ ਨੇ ਅਰਜੁਨ ਨੂੰ ਉਸ ਦੀ ਤਪੱਸਿਆ 'ਤੇ ਪ੍ਰਸੰਨ ਹੋ ਕੇ ਦੇ ਦਿੱਤਾ ਸੀ। ਸਮੁੰਦਰ ਰਿੜਕਣ ਵੇਲੇ ਜੋ ਜ਼ਹਿਰ ਨਿਕਲੀ ਸੀ, ਉਹ ਇਹਨਾਂ ਨੇ ਹੀ ਪੀਤੀ ਸੀ। ਉਹ ਵਿਖ ਇਹਨਾਂ ਨੇ ਆਪਣੇ ਗਲੇ ਵਿੱਚ ਹੀ ਰੱਖਿਆ, ਹੇਠਾਂ ਪੇਟ ਵਿੱਚ ਨਹੀਂ ਜਾਣ ਦਿੱਤਾ। ਇਸ ਲਈ ਇਹਨਾਂ ਦਾ ਗਲਾ ਨੀਲਾ ਹੋ ਗਿਆ। ਇਸੇ ਕਾਰਨ ਤੇ ਨੀਲਕੰਠ ਵੀ ਇਹਨਾਂ ਦਾ ਨਾਮ ਪੈ ਗਿਆ। ਪਰਸ਼ੁਰਾਮ ਨੇ ਸ਼ਸਤਰ ਵਿੱਦਿਆ ਇਹਨਾਂ ਤੋਂ ਸਿੱਖੀ ਸੀ। ਸੰਗੀਤ ਅਤੇ ਨਾਚ ਦੇ ਵੀ ਇਹੀ ਕਰਤਾ ਕਹਾਉਂਦੇ ਹਨ। ਪਾਣਿਨੀ ਮਹਾਮੁਨੀ ਨੇ ਇਹਨਾਂ ਦੇ ਹੀ ਡੋਰੂ ਦੀ ਆਵਾਜ਼ ਤੋਂ ਵਿਆਕਰਣ ਦੇ ਸੂਤਰ ਰਚ ਕੇ ਪਾਣਿਨੀ ਅਸ਼ਰਾਧਾਯਾਈ ਅਦਭੁਤ ਵਿਆਕਰਣ ਬਣਾਇਆ ਸੀ। ਮਹਾਭਾਰਤ ਵਿੱਚ ਲਿਖਿਆ ਹੈ ਕਿ ਤਾਰਕ ਦੈਂਤ ਦੇ ਤਿੰਨਾਂ ਪੁੱਤਰਾਂ ਤਾਰਕਾਕਸ਼ਣ, ਕਮਲਾਕਸ਼ਣ ਤੇ ਵਿਦਿਊਨ ਮਾਲੀ ਲਈ ਮਯ ਦਾਨਵ ਨੇ 3 ਪੁਰੀਆਂ ਬਣਾਈਆਂ, ਜਿਨ੍ਹਾਂ ਵਿੱਚੋਂ ਇੱਕ ਸੋਨੇ ਦੀ ਸਵਰਗ ਵਿੱਚ, ਦੂਜੀ ਚਾਂਦੀ ਦੀ ਆਕਾਸ਼ ਵਿੱਚ ਅਤੇ ਤੀਜੀ ਲੋਹੇ ਦੀ ਧਰਤੀ ਪੁਰ ਸੀ। ਅਤੇ ਇਹਨਾਂ ਤਿੰਨਾਂ ਪੁਰੀਆਂ ਦਾ 100 ਯੋਜਨ ਵਿਸਥਾਰ ਸੀ। ਤਿੰਨੇ ਹੀ ਸਦਾ ਘੁੰਮਦੀਆਂ ਰਹਿੰਦੀਆਂ ਸਨ। ਸਾਲ ਵਿੱਚ ਕਿਸੇ ਇੱਕ ਸਮੇਂ 'ਤੇ ਇਹ ਤਿੰਨੇ ਇੱਕ ਸੇਧ ਵਿੱਚ ਹੋ ਜਾਂਦੀਆਂ ਸਨ। ਇਹਨਾਂ ਤਿੰਨਾਂ ਭਰਾਵਾਂ ਨੇ ਤਪ ਕਰਕੇ ਬ੍ਰਹਮਾ ਪਾਸੋਂ ਇਹ ਵਰ ਪ੍ਰਾਪਤ ਕੀਤਾ ਸੀ ਕਿ ਜੋ ਕੋਈ ਇੱਕ ਤੀਰ ਨਾਲ ਸਾਡੀਆਂ ਤਿੰਨਾਂ ਪੁਰੀਆਂ ਨੂੰ ਭੇਦਨ ਕਰੇਗਾ, ਉਸ ਦੇ ਹੱਥੋਂ ਸਾਡੀ ਮੌਤ ਹੋਵੇ। ਇਸ ਵਰ ਨੂੰ ਪ੍ਰਾਪਤ ਕਰਕੇ ਉਹਨਾਂ ਤਿੰਨਾਂ ਦੈਂਤਾਂ ਦੇ ਦੇਵਤਿਆਂ ਨੂੰ ਵੱਡਾ ਹੀ ਤੰਗ ਕੀਤਾ। ਇਹਨਾਂ ਤਿੰਨਾਂ ਦੈਂਤਾਂ ਨੇ ਦੇਵਤਿਆਂ ਨੂੰ ਬੜਾ ਹੀ ਤੰਗ ਕੀਤਾ। ਤਦ ਦੇਵਤਿਆਂ ਦੀ ਸਹਾਇਤਾ ਲਈ ਸ਼ਿਵਜੀ ਨੇ ਤ੍ਰਿਪੁਰਾਸੁਰ ਨਾਲ ਜੰਗ ਸ਼ੁਰੂ ਕੀਤਾ ਅਤੇ ਆਪਣੇ ਪਿਨਾਕ ਧਨਕ ਦੇ ਵਿੱਚ ਤੀਰ ਵਿਸ਼ਨੂੰ ਨੂੰ ਜੋੜ ਚਲਾ ਦਿੱਤਾ, ਜਿਸ ਤੋਂ ਤਿੰਨੇ ਪੁਰੀਆਂ ਭੇਦਨ ਹੋ ਗਈਆਂ ਤੇ ਤਿੰਨਾਂ ਭਰਾਵਾਂ ਨੂੰ ਸ਼ਿਵਜੀ ਨੇ ਮਾਰ ਦਿੱਤਾ ਅਤੇ ਦੇਵਤਿਆਂ ਨੂੰ ਸੁਖੀ ਕੀਤਾ। ਇਸ ਦੇ ਮਗਰੋਂ ਕਸ਼ਪ ਦੇ ਦਿੱਤੀ ਦਾ ਪੁੱਤਰ ਅੰਧਕ, ਜਿਸ ਦਾ 1000 ਸਿਰ ਤੇ 2000 ਬਾਹਾਂ ਸਨ, ਅਤੇ ਉਸ ਨੂੰ ਅੰਧਕ ਇਸ ਲਈ ਕਹਿੰਦੇ ਸਨ ਕਿ ਇਹ ਅੱਖਾਂ ਦੇ ਹੁੰਦਿਆਂ ਸੁਣਦਿਆਂ ਮਦ ਨਾਲ ਮਸਤ ਹੋ ਕੇ ਅੰਨ੍ਹਿਆਂ ਵਾਂਗੂ ਤੁਰਦਾ ਸੀ। ਇਸ ਨੇ ਇੰਦਰ ਦੇ ਨੰਦਕ ਬਾਗ ਤੋਂ ਕਲਪ ਬ੍ਰਿਛ ਲੈ ਆਂਦਾ ਸੀ। ਇਸ ਕਾਰਨ ਤੇ ਦੇਵਤੇ ਦੁਖੀ ਹੋਏ ਸਨ। ਦੇਵਤਿਆਂ ਦੇ ਦੁੱਖ ਨੂੰ ਮੇਟਣ ਲਈ ਸ਼ਿਵਜੀ ਨੇ ਉਸ ਨਾਲ ਜੰਗ ਕਰਕੇ ਅੰਧਕ ਨੂੰ ਮਾਰ ਦਿੱਤਾ ਸੀ। ਅੰਧਕ ਨੂੰ ਜਿੱਤਣ ਮਗਰੋਂ ਸ਼ਿਵਜੀ ਇੰਦਰ ਲੋਕ ਵਿੱਚ ਚਲੇ ਗਏ। ਉਸ ਵੇਲੇ ਇਹਨਾਂ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ। ਇੰਦਰ ਨੇ ਡਰ ਨਾਲ ਇਹਨਾਂ ਉੱਤੇ ਸ਼ਸਤਰ ਦਾ ਪ੍ਰਹਾਰ ਕੀਤਾ। ਅੱਗੋਂ ਰੁਦਰ ਨੇ ਵੀ ਅਖੰਡ ਕ੍ਰੋਧ ਕੀਤਾ, ਜਿਸ ਤੋਂ ਇੱਕ ਅੱਗ ਦਾ ਅੰਗਾਰ ਪ੍ਰਗਟ ਹੋਇਆ, ਜਿਸ ਦੇ ਤੇਜ ਨਾਲ ਤਿੰਨੇ ਲੋਕ ਸੜਨ ਲੱਗੇ ਅਤੇ ਸ਼ਿਵਜੀ ਨੇ ਚੁੱਕ ਕੇ ਉਹ ਅੰਗਾਰ ਸਮੁੰਦਰ ਵਿੱਚ ਸੁੱਟ ਦਿੱਤਾ, ਜਿਸ ਤੋਂ ਇੱਕ ਦੈਂਤ ਪੈਦਾ ਹੋਇਆ। ਪਦਮ ਪੁਰਾਣ ਵਿੱਚ ਲਿਖਿਆ ਹੈ ਕਿ ਇਹ ਦੈਂਤ ਜੰਮਦਾ ਵੀ ਇੰਨੇ ਜ਼ੋਰ ਨਾਲ ਰੋਣ ਲੱਗਾ ਕਿ ਸਾਰੇ ਦੇਵਤੇ ਡਰ ਗਏ। ਦੇਵਤਿਆਂ ਦੀ ਸਹਾਇਤਾ ਲਈ ਬ੍ਰਹਮਾ ਸਮੁੰਦਰ ਕੋਲ ਜਾ ਕੇ ਪੁੱਛਣ ਲੱਗੇ,
ਇਹ ਕਿਸ ਦਾ ਲੜਕਾ ਹੈ? ਸਮੁੰਦਰ ਨੇ ਕਿਹਾ ਕਿ ਇਹ ਮੇਰਾ ਲੜਕਾ ਹੈ, ਆਪ ਇਸ ਨੂੰ ਲੈ ਜਾਈਏ। ਜਦ ਬ੍ਰਹਮਾ ਨੇ ਉਸ ਬਾਲਕ ਨੂੰ ਗੋਦੀ ਵਿੱਚ ਚੁੱਕ ਲਿਆ ਤਾਂ ਬਾਲਕ ਨੇ ਬ੍ਰਹਮਾ ਦੀ ਦਾੜ੍ਹੀ ਇੰਨੇ ਜ਼ੋਰ ਨਾਲ ਖਿੱਚੀ ਕਿ ਬ੍ਰਹਮਾ ਦੀਆਂ ਅੱਖਾਂ ਤੋਂ ਜਲ ਨਿਕਲ ਆਇਆ। ਇਸ ਲਈ ਬ੍ਰਹਮਾ ਨੇ ਉਸ ਦਾ ਨਾਮ ਜਲੰਧਰ ਰੱਖ ਦਿੱਤਾ। ਰਾਮਾਇਣ ਵਿੱਚ ਲਿਖਿਆ ਹੈ, ਜਦੋਂ ਸ਼੍ਰੀ ਰਾਮ ਚੰਦਰ ਜੀ ਸੀਤਾ ਵਿਜੋਗ ਵਿੱਚ ਵਿਆਕੁਲ ਹੋਏ, ਜੰਗਲਾਂ ਵਿੱਚ ਫਿਰ ਰਹੇ ਸਨ, ਤਾਂ ਸ਼ਿਵ ਜੀ ਨੂੰ ਉਹਨਾਂ ਦੇ ਦਰਸ਼ਨ ਹੋ ਗਏ। ਉਸ ਵੇਲੇ ਸ਼ਿਵ ਜੀ ਨੇ ਹੱਥ ਜੋੜ ਕੇ ਜੈ ਸਤ ਚਿਤ ਭਾਵ ਆਨੰਦ ਸਰੂਪੇ ਕਿਹਾ, ਤਾਂ ਸਤੀ ਨੂੰ ਸੰਦੇਹ ਹੋਇਆ ਕਿ ਇਹ ਰਾਜਕੁਮਾਰ ਹਨ, ਇਹਨਾਂ ਨੂੰ ਸ਼ਿਵ ਜੀ ਨੇ ਨਮਸਕਾਰ ਕਿਉਂ ਕੀਤਾ। ਅੰਤ ਨੂੰ ਸੰਦੇਹ ਦੂਰ ਕਰਨ ਲਈ ਪ੍ਰਸ਼ਨ ਵੀ ਕੀਤਾ। ਸ਼ਿਵ ਜੀ ਨੇ ਉੱਤਰ ਦਿੱਤਾ, ਇਹ ਰਾਜਕੁਮਾਰ ਨਹੀਂ, ਰਾਮ ਅਵਤਾਰ ਹੈ ਅਤੇ ਮਨੁੱਖੀ ਨਾਟ ਪੂਰਾ ਕਰ ਰਹੇ ਹਨ। ਪਰ ਸਤੀ ਨੂੰ ਇਸ ਉੱਤਰ ਨਾਲ ਸੰਤੋਖ ਨਾ ਆਇਆ। ਤਦ ਸ਼ਿਵ ਨੇ ਕਿਹਾ, ਜੇ ਮੇਰੇ ਬਚਨਾਂ ਨਾਲ ਤੇਰਾ ਸੰਦੇਹ ਦੂਰ ਨਹੀਂ ਹੋਇਆ ਤਾਂ ਆਪੇ ਜਾ ਕੇ ਪ੍ਰੀਖਿਆ ਕਰਾਓ। ਹੁਕਮ ਸੁਣਦੇ ਹੀ ਸਤੀ ਬਣ ਵਿੱਚ ਚਲੀ ਗਈ ਅਤੇ ਸੀਤਾ ਦਾ ਰੂਪ ਧਾਰ ਕੇ ਇੱਕ ਦਰਖਤ ਹੇਠਾਂ ਬੈਠ ਗਈ। ਉਧਰੋਂ ਆਏ ਸ਼੍ਰੀ ਰਾਮ ਜੀ ਨੇ ਪ੍ਰਮਾਣ ਕਰਕੇ ਪੁੱਛਿਆ, ਮਾਤਾ ਤੂੰ ਇਕੱਲੀ ਇੱਥੇ ਕਿਉਂ ਬੈਠੀ ਹੈ? ਸ਼ਿਵ ਭਗਵਾਨ ਕਿੱਥੇ ਹਨ? ਸੀਤਾ ਰੂਪਧਾਰੀ ਸਤੀ ਨੂੰ ਸ਼੍ਰੀ ਰਾਮ ਜੀ ਨੇ ਪਛਾਣ ਲਿਆ। ਹੁਣ ਸਤੀ ਨੂੰ ਮਰਨ ਵੇਹਲ ਨਹੀਂ ਸੀ ਮਿਲਦੀ। ਇਸਨੇ ਤਾਂ ਜਾਣਿਆ ਸੀ ਜੋ ਇੱਕ ਵਿਸ਼ਈ ਜਿਸ ਤਰ੍ਹਾਂ ਆਪਣੀ ਵਿਛੜੀ ਹੋਈ ਇਸਤਰੀ ਨੂੰ ਵੇਖ ਕੇ ਝਟ ਉਸ ਨੂੰ ਜੱਫੀ ਪਾ ਲੈਂਦਾ ਹੈ, ਇਵੇਂ ਰਾਮ ਜੀ ਮੈਨੂੰ ਸੀਤਾ ਜਾਣ ਕੇ ਮੇਰੇ ਨਾਲ ਲਿਪਟ ਜਾਣਗੇ। ਫਿਰ ਮੈਂ ਜਾ ਕੇ ਸ਼ਿਵ ਜੀ ਨੂੰ ਝੂਠਾ ਕਰਾਂਗੀ ਕਿ ਤੁਸੀਂ ਉਹਨਾਂ ਨੂੰ ਰਾਮ ਅਵਤਾਰ ਕਹਿੰਦੇ ਹੋ, ਪਰ ਉਹ ਤਾਂ ਇੱਕ ਸਾਧਾਰਨ ਪੁਰਖ ਹੈ। ਇੱਥੇ ਗੱਲ ਹੀ ਹੋਰ ਹੋਈ। ਸਤੀ ਸ਼ਰਮ ਨਾਲ ਪਾਣੀ ਹੋ ਗਈ। ਅੰਤ ਸ਼ਿਵ ਜੀ ਵੱਲ ਮੁੜੀ। ਉੱਧਰ ਭਗਵਾਨ ਸ਼ਿਵ ਨੇ ਵੀ ਇਸ ਦੇ ਛਲ ਨੂੰ ਜਾਣ ਲਿਆ ਕਿ ਮੇਰੀ ਇਸਤਰੀ ਨੇ ਮੇਰੀ ਪੂਜਨੀਕ ਦੇਵੀ ਸੀਤਾ ਦਾ ਸਰੂਪ ਧਾਰਨ ਕੀਤਾ ਹੈ। ਜੇ ਮੈਂ ਇਸ ਨਾਲ ਇਸਤਰੀ ਵਾਲਾ ਵਰਤਾਵ ਕਰਾਂ ਤਦ ਇਸ਼ਟ ਦੀ ਨਰਾਦਰੀ ਹੈ, ਅਤੇ ਜੇ ਨਾ ਕਰਾਂ ਤਾਂ ਕੀ ਕਰਾਂ? ਇਸ ਕਰਕੇ ਵਰਤਾਵ ਕਰਾਂ ਤਦ ਇਸ਼ਟ ਦਾ ਨਿਰਾਦਰ ਵੀ ਨਾ ਹੋਵੇ ਅਤੇ ਇਸ ਨਾਲ ਸੰਬੰਧ ਵੀ ਨਾ ਹੋਵੇ, ਕਿਉਂਕਿ ਜਿਸ ਸਰੀਰ ਨੇ ਮੇਰੀ ਮਾਤਾ ਦਾ ਸਰੀਰ ਧਾਰਨ ਕੀਤਾ ਹੈ, ਉਹ ਸਰੀਰ ਮੇਰੀ ਇਸਤਰੀ ਰੂਪ ਹੋ ਕੇ ਸੇਵਾ ਨਹੀਂ ਕਰ ਸਕਦਾ। ਇਹ ਸੋਚ ਹੀ ਰਹੇ ਸਨ ਕਿ ਉੱਧਰੋਂ ਸਤੀ ਆ ਗਈ। ਸ਼ਿਵ ਜੀ ਨੇ ਆਉਂਦਿਆਂ ਉਸ ਨੂੰ ਸੱਜੇ ਆਸਣ ਬਿਠਾ ਲਿਆ ਅਤੇ ਮਨ ਵਿੱਚ ਪ੍ਰਣ ਕਰ ਲਿਆ ਕਿ ਜਿਤਨਾ ਚਿਰ ਸਤੀ ਦਾ ਇਹ ਸਰੀਰ ਰਹੇਗਾ, ਓਨਾ ਚਿਰ ਮੈਂ ਇਸ ਨਾਲ ਇਸਤਰੀ ਵਾਲਾ ਸੰਬੰਧ ਨਹੀਂ ਕਰਾਂਗਾ। ਇਸ ਭੇਦ ਨੂੰ ਜਾਣ ਕੇ ਸਤੀ ਵੀ ਆਪਣੇ ਮਨ ਵਿੱਚ ਮਹਾਨ ਦੁਖੀ ਹੋਈ, ਪਰ ਭੁੱਲ ਉਸਦੀ ਆਪਣੀ ਸੀ, ਜਿਸਦਾ ਹੁਣ ਕੋਈ ਹੋਰ ਉਪਾਅ ਹੋ ਹੀ ਨਹੀਂ ਸਕਦਾ ਸੀ। ਇਹਨਾਂ ਦਿਨਾਂ ਵਿੱਚ ਹੀ ਰਾਜਾ ਦਖ ਨੇ ਸੋਚਿਆ ਕਿ ਮੈਂ ਇੱਕ ਯੱਗ ਕਰਾਂ, ਜਿਸ ਵਿੱਚ ਸਭ ਛੋਟੇ ਵੱਡੇ ਦੇਵਤਿਆਂ ਨੂੰ ਬੁਲਾ ਲਵਾਂ ਅਤੇ ਸ਼ਿਵ ਜੀ ਨੂੰ ਨਾ ਬੁਲਾਵਾਂ। ਸਭ ਦੀਆਂ ਬਲੀਆਂ ਕੱਢਾਂ, ਪਰ ਸ਼ਿਵ ਜੀ ਦੀ ਬਲੀ ਕੋਈ ਨਾ ਕੱਢਾਂ। ਬਸ ਮੇਰੇ ਘਰ ਵਿੱਚ ਉਸ ਦੀ ਪੂਜਾ ਬੰਦ ਹੋਈ ਤਾਂ ਸਾਰੇ ਜਗਤ ਵਿੱਚੋਂ ਬੰਦ ਹੋ ਜਾਏਗੀ, ਕਿਉਂਕਿ ਵੱਡਿਆਂ ਪੁਰਸ਼ਾਂ ਦੇ ਨਕਸ਼ੇ ਕਦਮ 'ਤੇ ਛੋਟੇ ਪੁਰਸ਼ ਚੱਲਦੇ ਹਨ। ਇਹ ਸੋਚ ਕੇ ਉਸਨੇ ਅਸ਼ਵਮੇਧ ਯੱਗ ਆਰੰਭ ਕੀਤਾ, ਜਿਸ ਵਿੱਚ ਉਸਨੇ ਸਾਰੇ ਜਵਾਈਆਂ ਨੂੰ ਧੀਆਂ ਸਣੇ ਬੁਲਾਇਆ, ਪਰ ਰੁਦਰ ਨੂੰ ਨਾ ਬੁਲਾਇਆ ਅਤੇ ਰੁਦਰ ਦੇ ਗੁੱਸੇ ਕਰਕੇ ਸਤੀ ਨੂੰ ਵੀ ਨਾ ਸੱਦਿਆ। ਜਦ ਸਾਰੇ ਦੇਵਤੇ ਵਿਮਾਨਾਂ ਵਿੱਚ ਬੈਠ ਕੇ ਦਖ ਦੇ ਘਰ ਜਾ ਰਹੇ ਸਨ ਤਾਂ ਨਾਰਦ ਨੇ ਆ ਕੇ ਸਤੀ ਨੂੰ ਕਿਹਾ, ਤੇਰੇ ਪਿਤਾ ਦੇ ਘਰ
ਭਾਰੀ ਉਤਸਵ ਹੈ। ਤੇਰੀਆਂ ਸਾਰੀਆਂ ਭੈਣਾਂ ਆਪਣੇ ਪਤੀਆਂ ਸਮੇਤ ਪਿਤਾ ਘਰ ਗਈਆਂ ਹਨ ਅਤੇ ਸਾਰੇ ਦੇਵਤੇ ਤੇਰੇ ਪਿਤਾ ਦੇ ਘਰ ਜਾ ਰਹੇ ਹਨ। ਤੂੰ ਇੱਥੇ ਕਿਉਂ ਬੈਠੀ ਹੈ? ਇਹ ਸੁਣ ਕੇ ਸਤੀ ਨੇ ਆਪਣੇ ਸਵਾਮੀ ਨੂੰ ਪਿਤਾ ਦੇ ਘਰ ਜਾਣ ਲਈ ਕਿਹਾ ਤਾਂ ਸ਼ਿਵਜੀ ਨੇ ਕਿਹਾ, ਗੌਰਾ, ਤੇਰਾ ਪਿਤਾ ਮੇਰੇ ਨਾਲ ਨਾਰਾਜ਼ ਹੈ। ਮੇਰੀ ਨਾਰਾਜ਼ਗੀ ਕਰਕੇ ਉਸਨੇ ਤੈਨੂੰ ਵੀ ਤਿਆਗ ਦਿੱਤਾ ਹੈ। ਇਸ ਲਈ ਸੱਦੇ ਤੋਂ ਬਿਨਾਂ ਉੱਥੇ ਜਾਣ ਨਾਲ ਸੁੱਖ ਨਹੀਂ ਹੋਵੇਗਾ। ਇਸ ਵਿੱਚ ਅਨਰਥ ਦੀ ਸੰਭਾਵਨਾ ਹੋ ਸਕਦੀ ਹੈ ਅਤੇ ਸੁੱਖ ਦੀ ਬੂ ਵੀ ਨਹੀਂ ਹੈ। ਪਰ ਗੌਰਾ ਨੇ ਪਤੀ ਦਾ ਕਿਹਾ ਨਹੀਂ ਮੰਨਿਆ ਅਤੇ ਆਪਣੇ ਹੱਠ ਨਾਲ ਪਿਤਾ ਦੇ ਘਰ ਚਲੀ ਗਈ। ਅੱਗੇ ਜਗ ਹੋ ਰਿਹਾ ਸੀ। ਸਾਰੇ ਦੇਵਤੇ ਆਪੋ ਆਪਣੇ ਆਸਣਾਂ ਤੇ ਸ਼ੋਭ ਰਹੇ ਸਨ, ਪਰ ਸ਼ਿਵਜੀ ਦਾ ਕੋਈ ਆਸਣ ਨਹੀਂ ਵਿਛਿਆ ਸੀ। ਪਿਤਾ ਨੇ ਸਤੀ ਨੂੰ ਨਾ ਬੁਲਾਇਆ। ਉਸ ਘਰ ਮਾਤਾ ਕੋਲ ਗਈ। ਮਾਤਾ ਨੇ ਵੀ ਸਿੱਧੇ ਮੂੰਹ ਨਾ ਲਾਇਆ। ਭੈਣਾਂ ਵਿੱਚੋਂ ਕਿਸੇ ਭੈਣ ਨੇ ਵੀ ਪਿਆਰ ਭਰੀ ਨਿਗਾਹ ਨਾਲ ਇਸ ਵੱਲ ਨਹੀਂ ਵੇਖਿਆ। ਸਭ ਵੱਲੋਂ ਇਸ ਤਰ੍ਹਾਂ ਦਾ ਰੁੱਖਾ ਵਰਤਾਵ ਵੇਖ ਕੇ ਗੌਰਾ ਬਹੁਤ ਵਿਆਕੁਲ ਹੋ ਗਈ ਅਤੇ ਯੱਗ ਕੁੰਡ ਕੋਲ ਆ ਗਈ। ਇੱਥੇ ਸਭ ਦੇਵਤਿਆਂ ਦੀ ਬਲੀ ਨਿਕਲਦੀ ਹੈ, ਪਰ ਸ਼ਿਵਜੀ ਦੀ ਬਲੀ ਨਹੀਂ ਨਿਕਲੀ। ਉਸੇ ਵੇਲੇ ਗੌਰਾ ਨੇ ਨਿਮਰਤਾ ਭਾਵ ਨਾਲ ਕਿਹਾ, ਪਿਤਾ ਜੀ, ਦੇਵਤਿਆਂ ਦੇ ਮਹਾਦੇਵ ਸ਼ਿਵ ਸ਼ੰਕਰ ਦੀ ਬਲੀ ਕਿਉਂ ਨਹੀਂ ਨਿਕਲੀ? ਤਾਂ ਅੱਗੋਂ ਦਖਚ ਨੇ ਕਿਹਾ, ਕੁੜੀਏ, ਚੁੱਪ ਕਰਕੇ ਬੈਠੀ ਰਹੋ। ਤੈਨੂੰ ਕਿਸੇ ਗੱਲ ਵਿੱਚ ਬੋਲਣ ਦਾ ਕੋਈ ਹੱਕ ਨਹੀਂ ਹੈ। ਇਹ ਤਾਂ ਮੇਰਾ ਘਰ ਹੈ। ਇੱਥੇ ਉਸ ਭੰਗੜ ਦੀ ਬਲੀ ਬੰਦ ਹੋਣ ਦੀ ਲੋੜ ਹੈ। ਕੁੱਲ ਸ੍ਰਿਸ਼ਟੀ ਵਿੱਚ ਉਸ ਦੀ ਬਲੀ ਬੰਦ ਹੋਣ ਦੀ ਲੋੜ ਹੈ। ਫਿਰ ਕੁੱਲ ਸ੍ਰਿਸ਼ਟੀ ਵਿੱਚ ਉਸ ਦੀ ਬਲੀ ਬੰਦ ਹੋ ਜਾਏਗੀ। ਇਹ ਸੁਣਦਿਆਂ ਹੀ ਗੌਰਾ ਕ੍ਰੋਧ ਨਾਲ ਲੋਹੇ ਲਾਖੀ ਹੋ ਗਈ ਅਤੇ ਉਸ ਵੇਲੇ ਉੱਠ ਕੇ ਜਗ ਕੁੰਡ ਵਿੱਚ ਕੁੱਦ ਪਈ। ਕੁੰਡ ਵਿੱਚ ਗੌਰਾ ਦੇ ਡਿੱਗਦਿਆਂ ਕੁੰਡ ਦੀ ਅਗਨ ਸ਼ਾਂਤ ਹੋ ਗਈ। ਉਸ ਵੇਲੇ ਗੌਰਾ ਨੇ ਆਪਣੀ ਬ੍ਰਹਮ ਅਗਨੀ ਨੂੰ ਪ੍ਰਚੰਡ ਕੀਤਾ ਅਤੇ ਸੜਨ ਲੱਗ ਗਈ। ਉਧਰ ਸ਼ਿਵਜੀ ਦੇ ਗੁਪਤ ਦੂਤ ਅਤੇ ਨਾਰਦ ਨੇ ਜਾ ਕੇ ਸ਼ਿਵਜੀ ਨੂੰ ਕਿਹਾ, ਤੁਸੀਂ ਇੱਥੇ ਮਸਤ ਹੋਏ ਬੈਠੇ ਹੋ, ਉਧਰ ਗੌਰਾ ਤਾਂ ਜਗ ਕੁੰਡ ਵਿੱਚ ਸੜ ਮੋਈ ਹੈ। ਇਹ ਸੁਣਦੇ ਹੀ ਸ਼ਿਵਜੀ ਭੱਜੇ ਆਏ ਅਤੇ ਕ੍ਰੋਧ ਨਾਲ ਜਟਾ ਪੁੱਟ ਕੇ ਵੀਰਭਦਰ ਨੂੰ ਪੈਦਾ ਕੀਤਾ, ਜਿਸ ਨੇ ਸਾਰੇ ਯੱਗ ਦਾ ਵਿਨਾਸ਼ ਕਰ ਦਿੱਤਾ। ਅਤੇ ਸ਼ਿਵਜੀ ਨੇ ਵੀ ਸਾਰੇ ਰਾਜਕੁਮਾਰਾਂ, ਉਹਨਾਂ ਦੀਆਂ ਫੌਜਾਂ ਅਤੇ ਦਖਚ ਦੇ ਜਵਾਈਆਂ ਆਦਿਕਾਂ ਸਭ ਨੂੰ ਕੱਟ ਵੱਢ ਕਰ ਦਿੱਤਾ। ਅੰਤ ਨੂੰ ਸਾਰੇ ਹਾਰ ਕੇ ਸ਼ਿਵਜੀ ਦੇ ਚਰਨੀ ਪਏ ਤਾਂ ਸ਼ਿਵਜੀ ਪ੍ਰਸੰਨ ਹੋ ਗਏ। ਉਹਨਾਂ ਨੇ ਬੱਕਰੇ ਦਾ ਸਿਰ ਵੱਢ ਕੇ ਦਕਚ ਦੇ ਧੜ ਨਾਲ ਜੋੜ ਦਿੱਤਾ ਅਤੇ ਹੋਰ ਸਾਰੇ ਰਾਜੇ ਦੇ ਜਵਾਈਆਂ ਨੂੰ ਵੀ ਜਿਉਂਦਿਆਂ ਕਰ ਦਿੱਤਾ। ਦਕਚ ਨੇ ਬੱਕਰੇ ਦਾ ਸਿਰ ਪ੍ਰਾਪਤ ਕਰਕੇ ਸ਼ਿਵਜੀ ਦੀ ਉਪਮਾ ਕੀਤੀ, ਜਿਸ ਕਰਕੇ ਅੱਜ ਕੱਲ੍ਹ ਵੀ ਸ਼ਿਵ ਭਗਤ ਪੂਜਾ ਕਰਨ ਮਗਰੋਂ ਸ਼ਿਵਜੀ ਅੱਗੇ ਬੱਕਰਾ ਬੁਲਾਇਆ ਕਰਦੇ ਹਨ। ਇਸ ਤੋਂ ਬਾਅਦ ਗੌਰਾ, ਜਿਸ ਨੂੰ ਜਗ ਕੁੰਡ ਵਿੱਚ ਸੜਨ ਕਰਕੇ ਸਤੀ ਵੀ ਕਹਿੰਦੇ ਹਨ, ਹਿਮਾਲਾ ਦੇ ਘਰ ਪੁਨਰ ਜਨਮ ਲੈ ਕੇ ਫਿਰ ਰੁਦਰ ਨੂੰ ਜਾ ਮਿਲੀ ਅਤੇ ਉਸ ਨਾਲ ਵਿਆਹ ਕਰ ਲਿਆ। ਇੱਥੇ ਇਸ ਦਾ ਨਾਂ ਪਾਰਵਤੀ ਸੀ। ਇੱਧਰ ਜਦੋਂ ਜਲੰਧਰ ਦੈਂਤ ਨੇ ਜਲੰਧਰ ਸ਼ਹਿਰ ਵਿੱਚ ਰਾਜਧਾਨੀ ਕਾਇਮ ਕਰ ਲਈ, ਇੰਦਰ ਨੂੰ ਜਿੱਤ ਲਿਆ, ਕੁਬੇਰ ਦਾ ਖਜ਼ਾਨਾ ਲੁੱਟ ਲਿਆ ਅਤੇ ਸ਼ਿਵਜੀ ਕੋਲ ਉਸ ਦਾ ਦੂਤ ਗਿਆ। ਦੂਤ ਨੇ ਜਾ ਕੇ ਕਿਹਾ, ਜਲੰਧਰ ਦਾ ਹੁਕਮ ਹੈ, ਜਾਂ ਤਾਂ ਆਪਣੀ ਨਵੀਂ ਇਸਤਰੀ ਪਾਰਵਤੀ ਨੂੰ ਸ਼ਿੰਗਾਰ ਕਰਾ ਕੇ ਮੇਰੀ ਭੇਟਾ ਕਰ ਦਿਓ ਜਾਂ ਸ਼ਸਤਰ ਲੈ ਕੇ ਮੇਰੇ ਨਾਲ ਜੰਗ ਕਰੋ। ਸ਼ਿਵਜੀ ਜੰਗ ਕਰਨ ਲਈ ਤਿਆਰ ਹੋ ਗਏ। ਕਈ ਬਰਸਾਂ ਤੱਕ ਜੰਗ ਹੁੰਦਾ ਰਿਹਾ। ਅੰਤ ਨੂੰ ਵਿਸ਼ਨੂੰ ਜਲੰਧਰ ਦਾ ਰੂਪ ਧਾਰ ਕੇ ਉਸਦੇ ਘਰ ਗਿਆ। ਉਸ ਵੇਲੇ ਜਲੰਧਰ ਦੀ ਇਸਤਰੀ ਬ੍ਰਿੰਦਾ ਪਤੀ ਦੀ ਜਿੱਤ ਹੋਵੇ, ਇਸ
ਕਾਮਨਾ ਨਾਲ ਬ੍ਰਹਮਾ ਦੀ ਪੂਜਾ ਕਰ ਰਹੀ ਸੀ। ਪਤੀ ਰੂਪ ਵਿਸ਼ਨੂੰ ਨੂੰ ਵੇਖ ਕੇ ਪੂਜਾ ਨੂੰ ਛੱਡ ਕੇ ਸਤਿਕਾਰ ਨਾਲ ਖੜੀ ਹੋ ਗਈ। ਪੂਜਨ ਛੁੱਟਦਿਆਂ ਹੀ ਜਲੰਧਰ ਮਾਰਿਆ ਗਿਆ। ਇੱਕ ਗੱਲ ਇਸ ਪ੍ਰਸੰਗ ਵਿੱਚ ਹੋਰ ਭੇਦ ਵਾਲੀ ਆਈ ਹੈ। ਬ੍ਰਿੰਦਾ ਲక్ష్ਮੀ ਦੀ ਛਾਇਆ ਸੀ। ਉਸ ਨੂੰ ਮੁਕਤ ਕਰਨ ਵਾਸਤੇ ਹੀ ਵਿਸ਼ਨੂੰ ਨੇ ਜਲੰਧਰ ਰੂਪ ਧਾਰਨ ਕੀਤਾ ਸੀ, ਕਿਉਂਕਿ ਨਾਰਦ ਨੂੰ ਭੁੱਖੇ ਤੋਰਨ ਕਰਕੇ ਨਾਰਦ ਨੇ ਕੁਪਿਤ ਹੋ ਕੇ ਸ਼ਰਾਪ ਦਿੱਤਾ ਕਿ ਤੂੰ ਮਰਿਆਦਾ ਪੁਰਸ਼ੋਤਮ ਵਿਸ਼ਨੂੰ ਭਗਵਾਨ ਦੀ ਅਰਧੰਗੀ ਹੋ ਕੇ ਅਤਿਥੀ ਸਤਿਕਾਰ ਨਹੀਂ ਕੀਤਾ, ਇਸ ਲਈ ਰਾਖਸ਼ ਜੋਨੀ ਧਾਰਨ ਕਰਦੇ ਯੋਗ ਹੈ। ਇਹ ਸਤ ਹੈ ਕਿ ਹਰੀ ਦਾ ਕੀਤਾ ਮਿਟ ਸਕਦਾ ਹੈ, ਪਰ ਹਰੀ ਦੇ ਪਿਆਰਿਆਂ ਦਾ ਕੀਤਾ ਹਰੀ ਪਾਸੋਂ ਵੀ ਨਹੀਂ ਮਿਟਦਾ। ਇਸ ਲਈ ਨਾਰਦ ਦੇ ਸਰਾਪ ਨੂੰ ਪੂਰਾ ਕਰਨ ਲਈ ਮਾਇਆ ਦੀ ਛਾਇਆ ਨੂੰ ਬ੍ਰਿੰਦਾ ਰੂਪ ਬਣਾ ਕੇ ਜਲੰਧਰ ਦੀ ਇਸਤਰੀ ਬਣਾਇਆ ਅਤੇ ਫਿਰ ਉਸ ਨੂੰ ਆਪਣੀ ਇਸਤਰੀ ਜਾਣ ਕੇ ਉਸ ਦਾ ਉद्धार ਕਰਨ ਲਈ ਆਪ ਜੀ ਨੇ ਜਲੰਧਰ ਰੂਪ ਧਾਰਨ ਕੀਤਾ। ਜਦੋਂ ਗੌਰਾ ਪਿਤਾ ਦੇ ਹਵਨ ਕੁੰਡ ਵਿੱਚ ਡਿੱਗ ਕੇ ਮਰ ਗਈ ਤਾਂ ਸ਼ਿਵਜੀ ਸਭ ਪਾਸਿਆਂ ਤੋਂ ਇੰਦਰੀਆਂ ਰੋਕ ਕੇ ਕੈਲਾਸ਼ ਤੇ ਅਖੰਡ ਸਮਾਧੀ ਵਿੱਚ ਸਥਿਤ ਹੋ ਗਏ। ਉਧਰ ਗੌਰਾ ਨੇ ਹਿਮਾਚਲ ਦੇ ਘਰ ਜਨਮ ਪਾ ਕੇ ਪਾਰਵਤੀ ਨਾਮ ਪ੍ਰਾਪਤ ਕੀਤਾ ਅਤੇ ਸ਼ਿਵ ਨੂੰ ਪਤੀ ਧਾਰਨ ਦੀ ਇੱਛਾ ਨਾਲ ਹਿਮਾਲਯ ਤੇ ਜਾ ਕੇ ਤਪ ਕਰਨ ਲੱਗੀ। ਸ਼ਿਵ ਪੁਰਾਣ ਵਿੱਚ ਕਥਾ ਹੈ ਕਿ ਉਹਨਾਂ ਦਿਨਾਂ ਵਿੱਚ ਹੀ ਤਾਰ ਦੈਂਤ ਦਾ ਪੁੱਤਰ ਤਾਰਕਾਸੁਰ ਘੋਰ ਤਪ ਕਰ ਰਿਹਾ ਸੀ, ਜਿਸ ਨੇ 1000 ਵਰ੍ਹਾਂ ਕਠਨ ਤਪ ਕੀਤਾ, ਪਰ ਫਲ ਕੁਛ ਨਾ ਹੋਇਆ। ਤਦ ਇਸ ਦੇ ਮੱਥੇ ਤੋਂ ਇੱਕ ਪ੍ਰਚੰਡ ਤੇਜ ਨਿਕਲਿਆ, ਜਿਸ ਨਾਲ ਦੇਵਤੇ ਆਦਿਕ ਦੁਖੀ ਹੋਣ ਲੱਗੇ। ਇੱਥੇ ਤੱਕ ਕਿ ਇੰਦਰ ਸਿੰਘਾਸਨ ਤੇ ਬੈਠਾ ਬੈਠਾ ਹੀ ਖਿੱਚੇ ਜਾਣ ਲੱਗਿਆ। ਤਦ ਦੇਵਤਿਆਂ ਦੀ ਪ੍ਰਾਰਥਨਾ ਮੰਨ ਕੇ ਬ੍ਰਹਮਾ ਤਾਰਕਾਸੁਰ ਨੂੰ ਵਰ ਦੇਣ ਲਈ ਉਸ ਦੇ ਪਾਸ ਗਏ। ਤਾਰਕਾਸੁਰ ਨੇ ਬ੍ਰਹਮਾ ਤੋਂ 2 ਵਰ ਮੰਗੇ। ਇੱਕ ਤਾਂ ਇਹ ਕਿ ਮੇਰੇ ਬਰਾਬਰ ਕੋਈ ਬਲਵਾਨ ਨਾ ਹੋਵੇ, ਦੂਜਾ ਇਹ ਕਿ ਮੇਰੀ ਮੌਤ ਉਸ ਦੇ ਹੱਥੋਂ ਹੋਵੇ ਜੋ ਸ਼ਿਵਜੀ ਦੇ ਬੀਰਜ ਤੋਂ ਪੈਦਾ ਹੋਵੇ। ਇਹ ਵਰ ਉਸ ਨੇ ਇਸੇ ਭਾਵ ਨੂੰ ਲੈ ਕੇ ਮੰਗਿਆ ਸੀ ਕਿ ਗੌਰਾ ਮਰ ਚੁੱਕੀ ਹੈ, ਸ਼ਿਵਜੀ ਨੇ ਮੁੜ ਕੇ ਨਾ ਸ਼ਾਦੀ ਕਰਨੀ ਹੈ, ਨਾ ਸਮਾਧੀ ਖੋਲ੍ਹਣੀ ਹੈ ਅਤੇ ਨਾ ਹੀ ਉਹਨਾਂ ਦਾ ਕੋਈ ਪੁੱਤਰ ਹੋਣਾ ਹੈ, ਇਸ ਲਈ ਮੇਰੀ ਮੌਤ ਹੋਵੇਗੀ ਹੀ ਨਹੀਂ। ਉਸ ਦੀ ਮੰਗ ਅਨੁਸਾਰ ਬ੍ਰਹਮਾ ਨੇ ਵਰ ਦੇ ਦਿੱਤਾ। ਉਹ ਵਰ ਪ੍ਰਾਪਤ ਹੋ ਕੇ ਘੋਰ ਅਤਿਆਚਾਰ ਕਰਨ ਲੱਗਾ। ਇਸ ਲਈ ਸਾਰੇ ਦੇਵਤੇ ਦੁਖੀ ਹੋ ਕੇ ਬ੍ਰਹਮਾ ਕੋਲ ਗਏ ਤਾਂ ਬ੍ਰਹਮਾ ਨੇ ਕਿਹਾ, ਸ਼ਿਵ ਪੁੱਤਰ ਤੋਂ ਬਿਨਾਂ ਤਾਰਕਾਸੁਰ ਨੂੰ ਹੋਰ ਕੋਈ ਮਾਰ ਨਹੀਂ ਸਕਦਾ। ਇਸ ਵੇਲੇ ਪਾਰਵਤੀ ਸ਼ਿਵਜੀ ਨੂੰ ਪਤੀ ਪ੍ਰਾਪਤ ਕਰਨ ਲਈ ਹਿਮਾਲਯ ਪਰਬਤ ਤੇ ਤਪ ਕਰ ਰਹੀ ਹੈ। ਕੋਈ ਉਪਾਅ ਕਰੋ ਜਿਸ ਨਾਲ ਸ਼ਿਵਜੀ ਦੀ ਸਮਾਧੀ ਖੁੱਲੇ, ਉਹਨਾਂ ਨੂੰ ਕਾਮ ਭਾਵਨਾ ਜਾਗੇ ਤਾਂ ਉਹਨਾਂ ਦਾ ਪਾਰਵਤੀ ਨਾਲ ਸੰਬੰਧ ਹੋ ਕੇ ਪੁੱਤਰ ਪੈਦਾ ਹੋ ਜਾਵੇ। ਇਹ ਸੁਣ ਕੇ ਦੇਵਤਿਆਂ ਨੇ ਕਾਮਦੇਵ ਨੂੰ ਪ੍ਰੇਰਣਾ ਕੀਤੀ। ਕਾਮਦੇਵ ਇੱਕ ਦੇਵਤਾ ਹੈ ਜੋ ਇਸਤਰੀ ਪੁਰਸ਼ ਨੂੰ ਆਪੋ ਵਿੱਚ ਦੇ ਸੰਜੋਗ ਦੀ ਪ੍ਰੇਰਣਾ ਕਰਨ ਵਾਲਾ ਪੁਰਾਣਾਂ ਵਿੱਚ ਮੰਨਿਆ ਹੈ। ਇਸ ਦੀ ਇਸਤਰੀ ਦਾ ਨਾਮ ਰਤੀ ਹੈ, ਸਾਥੀ ਬਸੰਤ ਰੁੱਤ ਹੈ, ਘੋੜਾ ਕੋਇਲ ਹੈ, ਅਸਤਰ ਫੁੱਲਾਂ ਦਾ ਧਨੁਖ ਬਾਣ ਹੈ, ਮੋਹਨ ਉਚਾਰਨ ਵਸੀਕਰਨ ਆਦਿਕ 5 ਫੁੱਲਾਂ ਦੇ ਤੀਰ ਹਨ। ਇਸ ਦੇ ਝੰਡੇ ਉੱਤੇ ਮੱਛੀ ਦਾ ਨਿਸ਼ਾਨ ਹੈ। ਦੇਵਤਿਆਂ ਦੀ ਪ੍ਰੇਰਨਾ ਨਾਲ ਕਾਮਦੇਵ ਸ਼ਿਵਜੀ ਦੀ ਸਮਾਧੀ ਖੋਲ੍ਹਣ ਕੈਲਾਸ਼ ਤੇ ਗਏ ਅਤੇ ਪ੍ਰੇਮ ਦੀ ਤੀਰ ਸ਼ਿਵਜੀ ਨੂੰ ਮਾਰਨ ਲੱਗੇ। ਕੁਝ ਸਮੇਂ ਮਗਰੋਂ ਸ਼ਿਵਜੀ ਦੀ ਸਮਾਧੀ ਖੁੱਲੀ। ਸਾਹਮਣੇ ਕਾਮਦੇਵ ਨੂੰ ਵੇਖ ਕੇ ਆਪ ਨੂੰ ਮਹਾਨ ਕ੍ਰੋਧ ਆ ਗਿਆ। ਉਸ ਵੇਲੇ ਤੀਸਰੇ ਨੇਤਰ ਨੂੰ ਖੋਲ੍ਹ ਕੇ
ਉਸ ਵਿੱਚੋਂ ਨਿਕਲੀ ਕ੍ਰੋਧ ਅਗਨੀ ਨਾਲ ਕਾਮਦੇਵ ਸੜ ਕੇ ਸਵਾਹ ਹੋ ਗਏ। ਕਾਮਦੇਵ ਸੜ ਗਏ, ਇਸ ਨਾਲ ਸਾਰੇ ਦੇਵਤਿਆਂ ਨੂੰ ਦੁੱਖ ਹੋਇਆ, ਪਰ ਸਭ ਤੋਂ ਵੱਧ ਕੇ ਦੁੱਖ ਉਸ ਦੀ ਇਸਤਰੀ ਰਤੀ ਨੂੰ ਹੋਇਆ। ਉਹ ਸ਼ਿਵਜੀ ਦੇ ਸਾਹਮਣੇ ਜਾ ਕੇ ਰੋਈ ਪਿੱਟੀ ਤਾਂ ਸ਼ਿਵਜੀ ਕਰੁਣਾ ਰਸ ਵਿੱਚ ਢਲੇ ਅਤੇ ਕਹਿਣ ਲੱਗੇ, ਰਤੀ, ਅੱਗੇ ਪਤੀ ਤੈਨੂੰ ਇੱਕੋ ਦੇਹ ਵਿੱਚ ਪ੍ਰਾਪਤ ਹੋਇਆ ਕਰਦਾ ਸੀ, ਹੁਣ ਬਿਤਨ ਤਨ ਤੋਂ ਰਹਿਤ ਅਵਸਥਾ ਹੋ ਕੇ ਸਾਰਿਆਂ ਦੇਹਾਂ ਵਿੱਚੋਂ ਪ੍ਰਾਪਤ ਹੋਵੇਗਾ ਅਤੇ ਦੁਆਪਰ ਯੁੱਗ ਵਿੱਚ ਦੁਆਰਕਾ ਵਿੱਚ ਕ੍ਰਿਸ਼ਨ ਜੀ ਦੇ ਪੁੱਤਰ ਪ੍ਰਦੁਮਨ ਦੇ ਘਰ ਉਸ ਦਾ ਜਨਮ ਹੋਵੇਗਾ। ਇਸ ਲਈ ਪ੍ਰਦੁਮਨ ਦੇ ਪੁੱਤਰ ਅਨੁਰੁੱਧ ਨੂੰ ਕਾਮਦੇਵ ਦਾ ਅਵਤਾਰ ਕਿਹਾ ਜਾਂਦਾ ਹੈ। ਸ਼ਿਵਜੀ ਜਦ ਸਮਾਧੀ ਖੁੱਲੀ, ਰਤੀ ਨੂੰ ਵਰ ਮਿਲ ਗਿਆ। ਸ਼ਿਵਜੀ ਕਰੁਣਾ ਦੇ ਘਰ ਵਿੱਚ ਆ ਗਏ ਤਾਂ ਦੇਵਤਿਆਂ ਨੇ ਵੀ ਇੱਛਾ ਜ਼ਾਹਰ ਕੀਤੀ ਕਿ ਅਸੀਂ ਆਪ ਦਾ ਵਿਆਹ ਵੇਖਣਾ ਚਾਹੁੰਦੇ ਹਾਂ। ਪਾਰਵਤੀ ਨਾਲ ਸ਼ਿਵਜੀ ਦਾ ਵਿਆਹ ਹੋ ਗਿਆ। ਕੇਲ ਕ੍ਰੀੜਾ ਕਰਦਿਆਂ ਕਈ ਮੁੱਦਤਾਂ ਬੀਤ ਗਈਆਂ, ਪਰ ਸ਼ਿਵਜੀ ਦੇ ਬੀਰਜ ਤੋਂ ਕੋਈ ਪੁੱਤਰ ਨਾ ਹੋਇਆ। ਇੱਧਰ ਦੇਵਤਿਆਂ ਨੂੰ ਤਾਰਕਾਸੁਰ ਦਾ ਵੱਡਾ ਦੁੱਖ ਸਤਾ ਰਿਹਾ ਸੀ। ਇੱਕ ਦਿਨ ਦੇਵਤਿਆਂ ਨੇ ਅਗਨੀ ਦੇਵਤਾ ਨੂੰ ਸ਼ਿਵਜੀ ਦੇ ਸਥਾਨ ਤੇ ਭੇਜਿਆ। ਅਗਨੀ ਕਬੂਤਰ ਰੂਪ ਹੋ ਕੇ ਗਿਆ। ਉਸ ਵੇਲੇ ਸ਼ਿਵਜੀ ਕੇਲ ਕ੍ਰੀੜਾ ਵਿੱਚ ਪ੍ਰਵਿਰਤ ਸਨ। ਅਗਨੀ ਨੂੰ ਵੇਖ ਕੇ ਆਪ ਨੂੰ ਕਿਹਾ, ਪਾਰਵਤੀ ਵਿੱਚ ਸਾਡਾ ਬੀਰਜ ਧਾਰਨ ਕਰਨ ਦੀ ਸਮਰੱਥਾ ਨਹੀਂ ਹੈ, ਤੂੰ ਹੀ ਧਾਰਨ ਕਰ। ਇਹ ਕਹਿ ਕੇ ਬੀਰਜ ਅਗਨੀ ਉੱਤੇ ਸੁੱਟ ਦਿੱਤਾ। ਉਹ ਬੀਰਜ ਤੋਂ ਕਾਰਤਿਕੇਯ ਦਾ ਜਨਮ ਹੋਇਆ, ਜਿਸ ਨੇ ਦੇਵਤਿਆਂ ਦਾ ਸੈਨਾਪਤੀ ਹੋ ਕੇ ਤਾਰਕਾਸੁਰ ਨਾਲ ਘੋਰ ਯੁੱਧ ਕੀਤਾ ਅਤੇ ਅੰਤ ਨੂੰ ਤਾਰਕਾਸੁਰ ਕਾਰਤਿਕੇਯ ਦੇ ਹੱਥੋਂ ਹੀ ਮੋਇਆ ਅਤੇ ਦੇਵਤੇ ਸੁਖੀ ਹੋ ਗਏ। ਇਸ ਤਰ੍ਹਾਂ ਨਾਲ ਸ਼ਿਵਜੀ ਦੇ ਬਹੁਤ ਪ੍ਰਸੰਗ ਹਨ ਜੋ ਗ੍ਰੰਥ ਕਰਤਾ ਜੀ ਨੇ ਕਈ ਇੱਕ ਸੰਖੇਪ ਨਾਲ ਇਸ਼ਾਰੇ ਮਾਤਰ ਪ੍ਰਗਟ ਕੀਤੇ ਹਨ। ਇਤ ਬਚਿੱਤਰ ਨਾਟਕ ਗ੍ਰੰਥੇ ਜਲੰਧਰ ਅਵਤਾਰ 12ਵਾਂ ਸਮਾਪਤਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।